ਹੈਲੋ एवरीवन ਵੈਲਕਮ ਟੂ ਦੀ ਐਸਪੀਰੈਂਟਸ। ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਪੋਲਿਟੀ ਦੇ ਹੀ ਕੁਝ ਹੋਰ ਐਮਸੀਕਿਊਜ਼ ਡਿਸਕਸ ਕਰਾਂਗੇ। ਇਹ ਵੀਡੀਓ ਜਿਹੜੀ ਹੈ ਪਾਰਟ 4 ਹੈ। ਇਸ ਤੋਂ ਪਹਿਲਾਂ ਪਾਰਟ ਜਿਹੜੇ 3 ਨੇ ਉਹ ਆਲਰੇਡੀ ਆਊਟ ਹੋ ਚੁੱਕੇ ਆ। ਜੇ ਤੁਸੀਂ ਨਹੀਂ ਦੇਖੇ ਹੋਏ ਤਾਂ ਪਲੀਜ਼ ਉਹਨਾਂ ਨੂੰ ਵੀ ਜਾ ਕੇ ਦੇਖੋ ਤੇ ਪਲੀਜ਼ ਵੀਡੀਓ ਨੂੰ ਐਂਡ ਤੱਕ ਦੇਖੋ ਤਾਂ ਕਿ ਕੋਈ ਵੀ ਜਿਹੜਾ ਕੁਐਸਚਨ ਹੈ ਜਾਂ ਫਿਰ ਕੋਈ ਵੀ ਫੈਕਟ ਹੈ ਉਹ ਤੁਹਾਡੇ ਤੋਂ ਮਿਸ ਨਾ ਹੋ ਸਕੇ, ਕਿਉਂਕਿ ਕੁਐਸਚਨਸ ਦੇ ਨਾਲ ਅਸੀਂ ਬਹੁਤ ਸਾਰੀਆਂ ਚੀਜ਼ਾਂ ਹੋਰ ਡਿਸਕਸ ਕਰਦੇ ਹਾਂ। ਤਾਂ ਹਰ ਇੱਕ ਚੀਜ਼ ਜਿਹੜੀ ਹੈ ਉਹ ਤੁਹਾਡੇ ਕਿਤੇ ਨਾ ਕਿਤੇ ਕੁਐਸਚਨ ਬਣ ਕੇ ਸਾਹਮਣੇ ਆ ਸਕਦੀ ਹੈ। ਤਾਂ ਪਲੀਜ਼ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ, ਵੀਡੀਓ ਦੀ ਸਪੀਡ ਵਧਾ ਕੇ ਦੇਖ ਲਿਆ ਕਰੋ। ਜੇਕਰ ਤੁਹਾਨੂੰ ਲੱਗਦਾ ਨਾ ਕਿ ਟਾਈਮ ਜ਼ਿਆਦਾ ਹੈ ਤਾਂ ਵੀਡੀਓ ਦੀ ਜਿਹੜੀ ਸਪੀਡ ਹੈ ਉਹਨੂੰ ਵਧਾ ਲਿਆ ਕਰੋ, 2x ਕਰ ਲਿਆ ਕਰੋ, 1.5 ਕਰ ਲਿਆ ਕਰੋ, ਬਟ ਉਹਨੂੰ ਐਂਡ ਤੱਕ ਜ਼ਰੂਰ ਦੇਖਿਓ। ਠੀਕ ਹੈ ਜੀ, ਚਲੋ ਸ਼ੁਰੂ ਕਰਦੇ ਹਾਂ। ਜਿਹੜਾ ਪਹਿਲਾ ਕੁਐਸਚਨ ਹੈ ਸਾਡੇ ਕੋਲ, ਦ ਕਾਊਂਸਲ ਆਫ ਸਟੇਟਸ ਹੈਜ਼ ਐਕਸਕਲੂਸਿਵ ਪਾਵਰ ਇਨ ਰਿਲੇਸ਼ਨ ਟੂ ਵਿਚ ਆਫ ਦ ਫੋਲੋਇੰਗ। ਜਿਹੜੀ ਸਾਡੀ ਕਾਊਂਸਲ ਆਫ ਸਟੇਟਸ ਹੈ ਮਤਲਬ ਰਾਜ ਸਭਾ ਹੈ, ਉਹਦੇ ਕੋਲ ਇੱਕ ਐਕਸਕਲੂਸਿਵ ਪਾਵਰ ਹੁੰਦੀ ਹੈ। ਤਾਂ ਕਿਸ ਦੇ ਰਿਗਾਰਡਿੰਗ ਹੁੰਦੀ ਹੈ? ਟੂ ਇਨੀਸ਼ੀਏਟ ਪ੍ਰੋਸੀਡਿੰਗਸ ਫॉर द रिमूवल ऑफ प्रेसिडेंट, टू इनिशिएट प्रोसेसिंग for the removal of judges of the Supreme Court, to recommend creation of an all India service, none of the above। ਤੇ ਇਹਦਾ ਜਿਹੜਾ ਰਾਈਟ ਆਨਸਰ ਹੈ ਉਹ ਹੈਗਾ ਆਪਸ਼ਨ ਸੀ, ਟੂ ਰეკਮੈਂਡ ਕ੍ਰੀਏਸ਼ਨ ਆਫ ਨਿਊ ਆਲ ਇੰਡੀਆ ਸਰਵਿਸ। ਠੀਕ ਹੈ ਜੀ, ਜਿੱਦਾਂ IAS IPS ਹੁੰਦੇ ਆ ਨਾ ਜਿਹੜੇ ਆਲ ਇੰਡੀਆ ਸਰਵਿਸਿਜ਼ ਹੁੰਦੀਆਂ, ਤਾਂ ਜੇਕਰ ਕੋਈ ਨਵੀਂ ਆਲ ਇੰਡੀਆ ਸਰਵਿਸ ਕ੍ਰੀਏਟ ਕਰਨੀ ਹੈ ਤਾਂ ਉਹਦਾ ਜਿਹੜਾ ਪ੍ਰੋਸੀਜਰ ਹੈ ਜਾਂ ਫਿਰ ਉਹਦੀ ਜਿਹੜੀ ਰਿਕਮੈਂਡੇਸ਼ਨ ਹੈ ਉਹ ਸਟਾਰਟ ਜਿਹੜੀ ਆ ਉਹ ਰਾਜ ਸਭਾ ਤੋਂ ਹੀ ਹੋ ਸਕਦੀ ਹੈ, ਲੋਕ ਸਭਾ ਉਹਨੂੰ ਨਹੀਂ ਕਰ ਸਕਦੀ ਸਟਾਰਟ। ਠੀਕ ਹੈ ਜੀ। Next question है, which of the following amendment acts provided Central Council of Ministers including Prime Minister not to exceed 15% of the total। ਸੋ ਇਹਦੇ ਵਿੱਚ ਕੀ ਹੈ ਕਿ ਕਿਹੜੀ ਜਿਹੜੀ ਹੈ ਕਨਸਟੀਟਿਊਸ਼ਨਲ ਅਮੈਂਡਮੈਂਟ ਸੀਗੀ ਜਿਹਨੇ ਕਾਊਂਸਲ ਆਫ ਮਿਨਿਸਟਰਸ ਦੀ ਜਿਹੜੀ ਨੰਬਰ ਸੀਗਾ ਉਹਨੂੰ 15% ਤੱਕ ਰੱਖਿਆ ਸੀਗਾ। ਠੀਕ ਹੈ, ਲਿਮਿਟ ਕੀਤਾ ਸੀਗਾ। ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈ ਉਹ ਹੈਗਾ 91st ਕਨਸਟੀਟਿਊਸ਼ਨਲ ਅਮੈਂਡਮੈਂਟ ਐਕਟ ਆਫ 2003। ਠੀਕ ਹੈ ਜੀ। ਇਹ ਬੇਸਿਕਲੀ ਕੀਤਾ ਕਿਉਂ ਗਿਆ ਸੀ? ਕਿਉਂਕਿ ਪਹਿਲਾਂ ਜਿਹੜੇ ਪੋਲੀਟੀਕਲ ਪਾਰਟੀਆਂ ਸੀਗੀਆਂ ਉਹ ਨਾ ਬਹੁਤ ਸਾਰੇ ਜਿਹੜੇ MPs ਨੂੰ ਮਿਨਿਸਟਰ ਬਣਾ ਦਿੰਦੀਆਂ ਸੀ ਜਾਂ MLAs ਨੂੰ ਮਿਨਿਸਟਰ ਬਣਾ ਦਿੰਦੀਆਂ ਸੀ, ਤਾਂ ਉਹਨਾਂ 'ਤੇ ਖਰਚਾ ਬਹੁਤ ਜ਼ਿਆਦਾ ਆਉਂਦਾ ਸੀ, ਉਹਨਾਂ ਦੀ ਸਿਕਿਉਰਿਟੀ, ਉਹਨਾਂ ਦੇ ਹੈ ਨਾ ਗੱਡੀਆਂ 'ਤੇ ਸਾਰੇ ਕਾਸੇ 'ਤੇ। ਅਤੇ ਤਾਂ ਕਰਕੇ ਉਹ ਖਰਚੇ ਨੂੰ ਘਟਾਉਣ ਲਈ ਜਿਹੜਾ ਉਹਦੇ ਉੱਤੇ ਇੱਕ ਲਿਮਿਟ ਲਾਈ ਗਈ ਸੀ 91st ਕਨਸਟੀਟਿਊਸ਼ਨਲ ਅਮੈਂਡਮੈਂਟ ਦੇ ਥਰੂ। ਠੀਕ ਹੈ ਜੀ। ਨੈਕਸਟ ਕੁਐਸਚਨ ਹੈ, ਵਿਚ ਆਫ ਦ ਫੋਲੋਇੰਗ ਫੀਚਰਸ most appropriately reflect the idea of republic in India। The options ne, elections are conducted at panchayat level, the president of India is an elected person, real power resides in the hands of prime minister of India, India has universal adult franchise। So basically question ਦੇ ਵਿੱਚ ਪੁੱਛਿਆ ਗਿਆ ਕਿ ਰਿਪਬਲਿਕ, ਆਈਡੀਆ ਆਫ ਰਿਪਬਲਿਕ ਹੁੰਦਾ ਕੀ ਹੈ। ਠੀਕ ਹੈ ਜੀ। ਤਾਂ ਆਈਡੀਆ ਆਫ ਰਿਪਬਲਿਕ ਦਾ ਜਿਹੜਾ ਇੱਕੋ ਹੀ ਮਕਸਦ ਹੁੰਦਾ ਕਿ ਜਿਹੜਾ ਤੁਹਾਡਾ ਕੰਟਰੀ ਦਾ ਸੀਨੀਅਰ ਮੋਸਟ ਆਫੀਸ਼ੀਅਲ ਹੈ ਉਹ ਜਿਹੜਾ ਉਹ ਇਲੈਕਟਿਡ ਹੋਣਾ ਚਾਹੀਦਾ। ਠੀਕ ਹੈ ਜੀ। ਤੇ ਸਾਡੇ ਇੱਥੇ ਹੈਗੇ ਉਹ ਪ੍ਰੈਜ਼ੀਡੈਂਟ ਸਾਹਿਬ, ਤੇ ਪ੍ਰੈਜ਼ੀਡੈਂਟ ਸਾਹਿਬ ਜਿਹੜੇ ਆ ਉਹ ਇਲੈਕਟਿਡ ਹੁੰਦੇ ਆ, ਤਾਂ ਕਰਕੇ ਜਿਹੜਾ ਇੰਡੀਆ ਨੂੰ ਇੱਕ ਰਿਪਬਲਿਕ ਕਿਹਾ ਜਾਂਦਾ, ਰਿਪਬਲਿਕ ਆਫ ਇੰਡੀਆ। ਠੀਕ ਹੈ, ਤਾਂ ਆਪਸ਼ਨ ਬੀ ਹੈ ਜਿਹੜਾ ਉਹ ਰਾਈਟ ਆਨਸਰ ਹੋ ਜਾਏਗਾ। ਨੈਕਸਟ ਕੁਐਸਚਨ ਹੈ, ਇਹ ਅਜ਼ਰਸ਼ਨ ਐਂਡ ਰੀਜ਼ਨਿੰਗ ਟਾਈਪ ਦਾ ਕੁਐਸਚਨ ਹੈ। ਤਾਂ ਅਜ਼ਰਸ਼ਨ ਜਿਹੜੀ ਹੈਗੀ ਹੈ, ਦ ਡਰਾਫਟ ਕਨਸਟੀਟਿਊਸ਼ਨ ਪ੍ਰੋਵਾਈਡਡ ਫॉर द डायरेक्ट इलेक्शन ऑफ द गवर्नर ऑन द बेसिस ऑफ यूनिवर्सल एडल्ट सफरेज। द कॉन्स्टिट्यूएंट रीजन ਜਿਹੜਾ ਉਹ ਦਿੱਤਾ ਹੈ, द कॉन्स्टिट्यूएंट असेंबली ऑप्टेड फॉर द प्रेजेंट सिस्टम ऑफ अपॉइंटमेंट ऑफ गवर्नर बाय द प्रेजिडेंट। ਠੀਕ ਹੈ ਜੀ। ਅਸੀਂ ਦੱਸਣਾ ਕਿ ਕਿਹੜੀ ਸਟੇਟਮੈਂਟਸ ਸਹੀ ਨੇ ਜਾਂ ਫਿਰ ਰੀਜ਼ਨ ਹੈ ਜਿਹੜਾ ਉਹ ਅਜ਼ਰਸ਼ਨ ਨੂੰ ਐਕਸਪਲੇਨ ਕਰਦਾ ਹੈ ਕਿ ਨਹੀਂ ਕਰਦਾ। ਠੀਕ ਹੈ ਜੀ। ਤਾਂ ਬੇਸਿਕਲੀ ਜਿਹੜਾ ਡਰਾਫਟ ਕਨਸਟੀਟਿਊਸ਼ਨ ਸੀਗਾ, ਮਤਲਬ ਫਾਈਨਲ ਕਨਸਟੀਟਿਊਸ਼ਨ ਬਣਨ ਤੋਂ ਪਹਿਲਾਂ ਡਰਾਫਟ ਜਿਹੜਾ ਰਿਲੀਜ਼ ਹੁੰਦਾ ਨਾ, ਉਹਦੇ ਵਿੱਚ ਬਿਲਕੁਲ ਇਹ ਸਹੀ ਲਿਖਿਆ ਹੋਇਆ ਕਿ ਗਵਰਨਰ ਨੂੰ ਯੂਨੀਵਰਸਲ ਅਡਲਟ ਸਫਰੇਜ, ਮਤਲਬ ਕਿ ਅਸੀਂ ਵੋਟਾਂ ਪਾ ਕੇ ਡਾਇਰੈਕਟ ਇਲੈਕਸ਼ਨ ਨਾਲ ਸਿਲੈਕਟ ਕਰਾਂਗੇ, ਇੱਦਾਂ ਲਿਖਿਆ ਹੋਇਆ ਸੀ ਡਰਾਫਟ ਕਨਸਟੀਟਿਊਸ਼ਨ ਦੇ ਵਿੱਚ। ਠੀਕ ਹੈ ਜੀ। ਬਟ ਜਿਹੜੀ ਕਨਸਟੀਟਿਊਐਂਟ ਅਸੈਂਬਲੀ ਸੀ ਐਟ ਲਾਸਟ ਉਹਨਾਂ ਨੇ ਡਿਸਾਈਡ ਕੀਤਾ ਕਿ ਅਸੀਂ ਜਿਹੜਾ ਅਪਾਇੰਟਮੈਂਟ ਵਾਲਾ ਪ੍ਰੈਜ਼ੈਂਟ ਸਿਸਟਮ ਚੱਲਦਾ ਉਹੀ ਰੱਖਾਂਗੇ। ਤਾਂ ਇਹ ਦੋਨੋਂ ਹੀ ਜਿਹੜੀਆਂ ਸਟੇਟਮੈਂਟਸ ਨੇ ਉਹ ਟਰੂ ਨੇ, ਬਟ ਰੀਜ਼ਨ ਦਾ ਜਿਹੜਾ ਅਜ਼ਰਸ਼ਨ ਨਾਲ ਐਜ ਸੱਚ ਕੋਈ ਐਕਸਪਲੇਨ ਵਾਲਾ ਕੋਈ ਕਨਸੈਪਟ ਨਹੀਂ ਹੈ। ਠੀਕ ਹੈ, ਕਿ ਰੀਜ਼ਨ ਜਿਹੜਾ ਅਜ਼ਰਸ਼ਨ ਨੂੰ ਐਕਸਪਲੇਨ ਕਰਦਾ। ਤਾਂ ਜਿਹੜਾ ਰਾਈਟ ਆਨਸਰ ਬਣ ਜਾਏਗਾ ਉਹ ਬਣ ਜਾਏਗਾ ਆਪਸ਼ਨ ਬੀ, ਬੋਥ A and R ਆਰ ਟਰੂ ਬਟ R ਇਜ਼ ਨਾਟ ਦ ਕਰੈਕਟ ਐਕਸਪਲੇਨੇਸ਼ਨ ਆਫ A। ਠੀਕ ਹੈ ਜੀ। नेक्स्ट क्वेश्चन है, विच ऑफ द फॉलोइंग स्टेटमेंट्स इज नॉट करेक्ट रिगार्डिंग द स्टेट लेजिस्लेटिव असेंबली। इट इज़ द लेजिस्लेटिव बॉडी इन द स्टेट्स, member of the state legislative assembly is directly elected by the people, member of the legislative assembly is directly nominated by the president, a state legislative assembly may be dissolved in a state of emergency। ਠੀਕ ਹੈ ਜੀ। ਅਤੇ ਜਿਹੜੀ ਸਟੇਟਮੈਂਟ ਥਰਡ ਹੈ ਉਹ ਬਿਲਕੁਲ ਹੀ ਗਲਤ ਹੋ ਜਾਂਦੀ ਹੈ, ਜਿਹਦੇ ਵਿੱਚ ਲਿਖਿਆ ਗਿਆ ਕਿ ਲੈਜਿਸਲੇਟਿਵ ਅਸੈਂਬਲੀ ਦੇ ਜਿਹੜੇ ਮੈਂਬਰ ਨੇ ਉਹ ਨੋਮੀਨੇਟ ਕੀਤੇ ਜਾਂਦੇ ਆ ਪ੍ਰੈਜ਼ੀਡੈਂਟ ਦੇ ਦੁਆਰਾ, ਜਦਕਿ ਅਸੀਂ ਉਹਨਾਂ ਨੂੰ MLAs ਨੂੰ ਬੇਸਿਕਲੀ ਵੋਟਾਂ ਪਾ ਕੇ ਚੁਣਦੇ ਹਾਂ। ਠੀਕ ਹੈ ਜੀ। ਤਾਂ ਜਿਹੜਾ ਇਹਦਾ ਨਾਟ ਕਰੈਕਟ ਵਾਲਾ ਹੈ
ऑप्शन 3 हो जाएगा। बाकी तीनों ही स्टेटमेंट्स बिल्कुल सही ने। नेक्स्ट क्वेश्चन ਜਿਹੜਾ ਸਾਡਾ ਹੈਗਾ, ਵਿਚ ਵਨ ਆਫ ਦ ਫੋਲੋਇੰਗ ਸਟੇਟਮੈਂਟਸ ਅਬਾਊਟ ਦ ਸੁਪਰੀਮ ਕੋਰਟ ਆਫ ਇੰਡੀਆ ਇਜ਼ ਕਰੈਕਟ। स्टेटमेंट्स ने इट हैज़ ओनली ओरिजिनल जुरिसडिक्शन, इट हैज़ ओनली एपिलेट जुरिसडिक्शन, इट हैज़ ओनली एडवाइजरी जुरिसडिक्शन, इट हैज़ ओरिजिनल एपिलेट एज वेल एज एडवाइजरी जुरिसडिक्शन। तो पिछले वीडियोज़ ਦੇ ਵਿੱਚ ਅਸੀਂ ਜਿਹੜੇ ਸੁਪਰੀਮ ਕੋਰਟ ਦੇ जुरिसडिक्शन ਨੇ ਉਹਨਾਂ ਨੂੰ ਬਹੁਤ ਡਿਟੇਲ 'ਚ ਡਿਸਕਸ ਕੀਤਾ ਸੀ, ਠੀਕ ਹੈ ਜੀ। ਤੇ ਇਹਦਾ ਜਿਹੜਾ ਰਾਈਟ ਆਨਸਰ ਹੈ ਆਪਸ਼ਨ ਡੀ ਹੋ ਜਾਏਗਾ ਕਿ ਸੁਪਰੀਮ ਕੋਰਟ ਕੋਲ ओरिजिनल एपिलेट ਤੇ एडवाइजरी जुरिसडिक्शन ਸਾਰੀਆਂ जुरिसडिक्शन ਜਿਹੜੀਆਂ ਨੇ ਉਹ ਹੈਗੀਆਂ। ਨੈਕਸਟ ਕੁਐਸਚਨ ਤੇ ਜਾਣ ਤੋਂ ਪਹਿਲਾਂ ਅਸੀਂ ਸੁਪਰੀਮ ਕੋਰਟ ਬਾਰੇ ਥੋੜਾ ਜਿਹਾ ਦੇਖ ਲੈਂਦੇ ਹਾਂ ਕਿ ਸੁਪਰੀਮ ਕੋਰਟ ਜਿਹੜਾ ਸਭ ਤੋਂ ਪਹਿਲਾਂ ਬਣਾਇਆ ਸੀਗਾ, ਜਿਹੜਾ ਰੈਗੂਲੇਟਿੰਗ ਐਕਟ ਆਫ 1773 ਦੇ ਥਰੂ ਬਣਾਇਆ ਗਿਆ ਸੀ, ਠੀਕ ਹੈ। ਤੇ ਉਦੋਂ ਕਲਕੱਤਾ ਦੇ ਵਿੱਚ ਐਸਟੈਬਲਿਸ਼ ਕੀਤਾ ਗਿਆ ਸੀ। ਤੇ ਉਸ ਤੋਂ ਬਾਅਦ ਜਿਹੜਾ ਫਿਰ ਸੁਪਰੀਮ ਕੋਰਟਸ ਬਣੇ ਮਦਰਾਸ ਤੇ ਬੰਬੇ ਦੇ ਵਿੱਚ। ਮਦਰਾਸ 'ਚ ਬਣਿਆ ਸੀਗਾ 1800 ਦੇ ਵਿੱਚ ਤੇ ਬੰਬੇ ਦੇ ਵਿੱਚ ਬਣਿਆ ਸੀਗਾ 1823 ਈਸਵੀ ਦੇ ਵਿੱਚ, ਠੀਕ ਹੈ ਜੀ। ਫਿਰ ਇੱਕ ਇੰਡੀਆ ਹਾਈ ਕੋਰਟਸ ਐਕਟ ਆਉਂਦਾ ਹੈ 1861 ਦੇ ਵਿੱਚ, ਜਿਹਦੇ ਨਾਲ ਇਹ ਤਿੰਨੋਂ ਸੁਪਰੀਮ ਕੋਰਟਸ ਸੀਗੀਆਂ ਬੇਸਿਕਲੀ ਉਹਨਾਂ ਨੂੰ ਅਬੋਲਿਸ਼ ਕਰ ਦਿੱਤਾ ਗਿਆ ਸੀ। ਤੇ ਉਸ ਤੋਂ ਬਾਅਦ ਜਿਹੜਾ ਹਾਈ ਕੋਰਟਸ ਹੀ ਸਭ ਤੋਂ ਸੀਨੀਅਰ ਜਿਹੜੀ ਕੋਰਟਸ ਹੁੰਦੀਆਂ ਸੀ ਇੰਡੀਆ ਦੇ ਵਿੱਚ, ਠੀਕ ਹੈ। ਉਸ ਤੋਂ ਬਾਅਦ ਫਿਰ ਗਵਰਨਮੈਂਟ ਆਫ ਇੰਡੀਆ ਐਕਟ ਜਦੋਂ 1935 ਆਇਆ, ਫਿਰ ਦੁਬਾਰਾ ਤੋਂ ਜਿਹੜਾ ਫੈਡਰਲ ਕੋਰਟ ਬਣਾਇਆ ਗਿਆ ਸੀ ਤਾਂ ਕਿ ਸਾਰੀਆਂ ਹਾਈ ਕੋਰਟਸ ਦੇ ਉੱਪਰ ਵੀ ਇੱਕ ਕੋਰਟ ਹੋਵੇ, ਠੀਕ ਹੈ ਜੀ। ਤੇ ਸੁਪਰੀਮ ਕੋਰਟ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਨੀਸ਼ੀਅਲੀ ਜਿਹੜੀ ਸੁਪਰੀਮ ਕੋਰਟ ਦੀ ਸਟਰੈਂਥ ਸੀ ਉਹ ਸਿਰਫ 8 ਜੱਜਿਸ ਦੀ ਸੀ, ਜਿਹਦੇ ਵਿੱਚੋਂ ਇੱਕ ਜਿਹੜੇ ਸੀ ਉਹ ਚੀਫ ਜਸਟਿਸ ਹੁੰਦੇ ਸੀ ਤੇ 7 ਅਦਰ ਜੱਜਿਸ ਹੁੰਦੇ ਸੀ। ਤੇ ਪ੍ਰੈਜ਼ੈਂਟ ਟਾਈਮ ਦੇ ਵਿੱਚ ਕਿੰਨੇ ਸਾਡੇ ਜਿਹੜੇ ਸਟਰੈਂਥ ਹੈ ਸੁਪਰੀਮ ਕੋਰਟ ਦੀ ਹੈਗੀ ਹੈ, ਠੀਕ ਹੈ, ਕਿੰਨੇ ਜੱਜਿਸ ਨੇ ਜਾਂ ਫਿਰ ਚੀਫ ਜਸਟਿਸ ਨੂੰ ਮਿਲਾ ਕੇ, ਤਾਂ ਉਹ ਚੀਜ਼ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪਲੀਜ਼ ਜ਼ਰੂਰ ਦੱਸਿਓ। ਨੈਕਸਟ ਕੁਐਸਚਨ ਹੈ, ਦੇਰ ਆਰ ਹਾਊ ਮੈਨੀ ਮੇਜਰ ਲੈਂਗੁਏਜਿਸ ਇਨ ਇੰਡੀਆ ਇਨਕਲੂਡਡ ਇਨ 8th ਸ਼ਡਿਊਲ। ਤੇ 8th ਸ਼ਡਿਊਲ ਦੇ ਵਿੱਚ ਕਿੰਨੀਆਂ ਲੈਂਗੁਏਜਿਸ ਮੈਂਸ਼ਨ ਨੇ? ਤੇ ਇਹ ਤੇ ਬੜਾ ਹੀ ਸਿੰਪਲ ਜਿਹਾ ਕੁਐਸਚਨ ਹੈ ਤੇ ਇਹਦਾ ਰਾਈਟ ਆਨਸਰ ਹੈਗਾ ਆਪਸ਼ਨ ਸੀ, ਬਾਈ ਲੈਂਗੁਏਜਿਸ, ਠੀਕ ਹੈ ਜੀ। ਹੁਣ ਇਹਦੇ ਨਾਲ ਅਸੀਂ ਹੋਰ ਚੀਜ਼ ਡਿਸਕਸ ਕਰ ਲੈਣੇ ਕਿ ਇਨੀਸ਼ੀਅਲੀ ਜਿਹੜੀਆਂ ਸਿਰਫ 14 ਹੀ ਲੈਂਗੁਏਜ ਸੀਗੀਆਂ, ਉਸ ਤੋਂ ਬਾਅਦ ਜਿਹੜੀਆਂ ਅਮੈਂਡਮੈਂਟਸ ਦੇ ਨਾਲ 8 ਹੋਰ ਲੈਂਗੁਏਜਿਸ ਨੂੰ ਐਡ ਕੀਤਾ ਗਿਆ, ਠੀਕ ਹੈ। ਤੇ ਇਹ ਅਮੈਂਡਮੈਂਟਸ ਤੁਸੀਂ ਮੋਸਟ ਇੰਪੋਰਟੈਂਟ ਸਮਝ ਕੇ ਯਾਦ ਕਰਨੀਆਂ ਨੇ। 21st ਅਮੈਂਡਮੈਂਟ ਐਕਟ 1967 ਦੇ ਥਰੂ ਜਿਹੜੀ ਸਿੰਧੀ ਲੈਂਗੁਏਜ ਹੈ ਉਹਨੂੰ ਐਡ ਕੀਤਾ ਗਿਆ ਸੀ। 71st ਅਮੈਂਡਮੈਂਟ ਐਕਟ ਨਾਲ ਕੋਂਕਣੀ, ਮਨੀਪੁਰੀ ਤੇ ਨੇਪਾਲੀ ਨੂੰ ਐਡ ਕੀਤਾ ਗਿਆ ਸੀ। 92nd ਅਮੈਂਡਮੈਂਟ ਐਕਟ ਦੇ ਨਾਲ ਬੋਡੋ, ਡੋਗਰੀ, ਮੈਥਲੀ ਤੇ ਸੈਂਥਲੀ ਨੂੰ ਜਿਹੜਾ ਐਡ ਕੀਤਾ ਗਿਆ ਸੀ, ਠੀਕ ਹੈ ਜੀ। ਇੱਕ ਜਿਹੜਾ ਸਭ ਤੋਂ ਇੰਪੋਰਟੈਂਟ ਫੈਕਟ ਹੈ ਜਿਹੜਾ ਮੋਸਟਲੀ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਕਿ ਇੰਗਲਿਸ਼ ਜਿਹੜੀ ਹੈ ਉਹ ਇਹਨਾਂ ਬਾਈ ਲੈਂਗੁਏਜਿਸ ਦੇ ਵਿੱਚ ਨਹੀਂ ਹੈ, ਠੀਕ ਹੈ ਜੀ। ਕਈ ਵਾਰ ਟ੍ਰਿਕੀ ਕੁਐਸਚਨ ਬਣਾਉਣ ਦੇ ਚੱਕਰ 'ਚ ਸਪੈਸੀਫਿਕਲੀ ਪੁੱਛ ਲੈਣ ਤਾਂ ਇਹ ਚੀਜ਼ ਨੂੰ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ ਹੈ, ਦ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਇਜ਼ ਨਾਟ ਕੰਸਰਨਡ ਵਿਦ ਦ ਇਲੈਕਸ਼ਨਸ ਆਫ ਵਿਚ ਆਫ ਦ ਫੋਲੋਇੰਗ। ਤਾਂ ਸਾਡੇ ਜਿਹੜੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੁੰਦੇ ਆ ਉਹ ਕਿਹੜੀ ਇਲੈਕਸ਼ਨ ਕਰਵਾਉਂਦੇ ਆ ਜਾਂ ਜਿਹੜੀ ਇਲੈਕਸ਼ਨ ਨਹੀਂ ਕਰਵਾਉਂਦੇ ਉਹ ਸਾਨੂੰ ਪਤਾ ਹੋਣਾ ਚਾਹੀਦਾ ਹੈ। ਕੁਐਸਚਨ ਦੇ ਵਿੱਚ ਪੁੱਛਿਆ ਗਿਆ ਕਿ ਕਿਹੜੀ ਇਲੈਕਸ਼ਨ ਜਿਹੜੀ ਆ ਉਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨਹੀਂ ਕਰਵਾਉਂਦੇ। ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈ ਉਹ ਹੈਗਾ ਇਲੈਕਸ਼ਨ ਆਫ ਪੰਚਾਇਤਸ ਐਂਡ ਮਿਊਨਿਸਪੈਲਿਟੀਜ਼, ਕਿਉਂਕਿ ਇਲੈਕਸ਼ਨ ਆਫ ਪਾਰਲੀਮੈਂਟ ਵੀ ਕਰਵਾਉਂਦੇ ਆ, ਇਲੈਕਸ਼ਨ ਆਫ ਸਟੇਟ ਲੈਜਿਸਲੇਟਰ ਵੀ ਕਰਵਾਉਂਦੇ ਆ ਤੇ ਇਲੈਕਸ਼ਨ ਆਫ ਪ੍ਰੈਜ਼ੀਡੈਂਟ ਵੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੀ ਕਰਵਾਉਂਦੇ ਆ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ, ਠੀਕ ਹੈ ਜੀ। ਹੁਣ ਸਾਨੂੰ ਇਲੈਕਸ਼ਨ ਕਮਿਸ਼ਨ ਬਾਰੇ ਵੀ ਥੋੜਾ ਪਤਾ ਹੋਣਾ ਚਾਹੀਦਾ ਕਿ ਇਲੈਕਸ਼ਨ ਕਮਿਸ਼ਨ ਜਿਹੜਾ ਹੈ ਉਹ ਇੱਕ ਪਰਮਾਨੈਂਟ ਤੇ ਇੰਡੀਪੈਂਡੈਂਟ ਬਾਡੀ ਹੈ, ਠੀਕ ਹੈ। ਤੇ ਇੱਕ ਕਨਸਟੀਟਿਊਸ਼ਨਲ ਬਾਡੀ ਹੈ ਜਿਹਨੂੰ ਅਸੀਂ ਆਰਟੀਕਲ 324 ਤੋਂ ਲੈ ਕੇ 329 ਤੱਕ ਪਾਰਟ 15 ਦੇ ਵਿੱਚ ਮੈਂਸ਼ਨਡ ਹੈ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ, ਅਟਾਰਨੀ ਜਨਰਲ ਹੈਜ਼ ਦ ਰਾਈਟ ਟੂ ਸਪੀਕ ਐਂਡ ਟੇਕ ਪਾਰਟ ਇਨ ਪ੍ਰੋਸੀਡਿੰਗਸ ਆਫ ਬੋਥ ਹਾਊਸਿਸ ਆਫ ਦ ਪਾਰਲੀਮੈਂਟ, ਜੁਆਇੰਟ ਸਿਟਿੰਗ, ਪਾਰਲੀਮੈਂਟਰੀ ਕਮੇਟੀ। ਅਸੀਂ ਦੱਸਣਾ ਕਿ ਜਿਹੜੇ ਅਟਾਰਨੀ ਜਨਰਲ ਹੁੰਦੇ ਆ ਉਹਨਾਂ ਨੂੰ ਉਹ ਕਿਹੜੀ ਜਗ੍ਹਾ ਤੇ ਜਿਹੜਾ ਪਾਰਟ ਲੈ ਸਕਦੇ ਆ। ਜਿਹੜਾ ਰਾਈਟ ਆਨਸਰ ਹੈ ਉਹ ਹੈਗਾ ਆਪਸ਼ਨ ਡੀ, 1, 2 ਐਂਡ 3 ਤਿੰਨੋਂ ਹੀ ਜਗ੍ਹਾ ਤੇ ਉਹ ਪਾਰਟ ਲੈ ਸਕਦੇ ਆ। ਮਤਲਬ ਕਿ ਉਹ ਕਿਸੇ ਵੀ ਹਾਊਸ ਦੇ ਵਿੱਚ ਜਾ ਕੇ ਬੋਲ ਸਕਦੇ ਆ, ਜੁਆਇੰਟ ਸਿਟਿੰਗ 'ਚ ਜਾ ਕੇ ਬੋਲ ਸਕਦੇ ਆ, ਕਿਸੇ ਵੀ ਪਾਰਲੀਮੈਂਟ ਕਮੇਟੀ 'ਚ ਜਾ ਕੇ ਬੋਲ ਸਕਦੇ ਆ। ਬਟ ਇੱਕ ਚੀਜ਼ ਜਿਹੜੀ ਇੰਪੋਰਟੈਂਟ ਹੈ ਯਾਦ ਰੱਖਣੀ ਕਿ ਉਹ ਵੋਟ ਨਹੀਂ ਕਰ ਸਕਦੇ ਕਿਉਂਕਿ ਉਹ ਮੈਂਬਰ ਨਹੀਂ ਹੁੰਦੇ, ਠੀਕ ਹੈ ਜੀ। ਤੇ ਅਸੀਂ ਹੁਣ ਅਟਾਰਨੀ ਜਨਰਲ ਵਾਲੇ ਵੀ ਥੋੜ੍ਹਾ ਜਿਹਾ ਦੇਖ ਲੈਂਦੇ ਹਾਂ। ਜਿਹੜੇ ਸਾਡੇ ਅਟਾਰਨੀ ਜਨਰਲ ਹੁੰਦੇ ਆ ਉਹ ਫਸਟ ਲੀਗਲ ਆਫਿਸਰ ਆਫ ਇੰਡੀਆ ਹੁੰਦੇ ਆ, ਠੀਕ ਹੈ ਜੀ। ਸੈਂਟਰਲ ਗਵਰਨਮੈਂਟ ਨੂੰ ਐਡਵਾਈਸ ਕਰਦੇ ਆ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਵੀ ਸੈਂਟਰਲ ਗਵਰਨਮੈਂਟ ਦਾ ਕੇਸ ਹੁੰਦਾ ਉਹ ਉਹਨਾਂ ਦੇ ਥਰੂ ਹੀ ਲੜਿਆ ਜਾਂਦਾ, ਠੀਕ ਹੈ ਜੀ। ਅਟਾਰਨੀ ਜਨਰਲ ਨਾਲ ਜਿਹੜੇ ਅਸਿਸਟ ਕਰਨ ਦੇ ਲਈ 2 ਸੋਲਿਸਿਟਰ ਜਨਰਲ ਵੀ ਹੁੰਦੇ ਆ। ਤੇ ਉਸ ਤੋਂ ਬਾਅਦ 'ਚੋਂ ਇਹ ਜਿਹੜੇ ਆ ਪ੍ਰੈਜ਼ੀਡੈਂਟ ਦੁਆਰਾ ਅਪਾਇੰਟ ਕੀਤੇ ਜਾਂਦੇ ਆ ਤੇ ਇਹਨਾਂ ਦਾ ਜਿਹੜਾ ਆਫਿਸ ਹੈ ਉਹ ਮਤਲਬ ਫਿਕਸਡ ਟੈਨਿਓਰ ਨਹੀਂ ਹੁੰਦਾ, ਉਹ ਸਿਰਫ ਪ੍ਰੈਸ਼ਰ ਆਫ ਪ੍ਰੈਜ਼ੀਡੈਂਟ ਦੇ ਮਤਲਬ ਕਦੋਂ ਵੀ ਪ੍ਰੈਜ਼ੀਡੈਂਟ ਜਿਹੜੇ ਆ ਉਹਨਾਂ ਨੂੰ ਹਟਾ ਸਕਦੇ ਹੁੰਦੇ ਆ, ਠੀਕ ਹੈ ਜੀ। ਆਰਟੀਕਲ 76 ਦੇ ਥਰੂ ਇਹਨਾਂ ਨੂੰ ਅਪਾਇੰਟ ਕੀਤਾ ਜਾਂਦਾ।
ठीक है जी। नेक्स्ट क्वेश्चन है, हु अमंग द फॉलोइंग वाज द चेयरमैन ऑफ फर्स्ट फाइनेंस कमीशन ऑफ इंडिया। फाइनेंस कमीशन बारे भी सानू पता होना चाहिए, ठीक है जी। फर्स्ट चेयरमैन सी ਜਿਹੜੇ ਉਹਦੇ ਉਹ ਸੀਗੇ ਸ਼੍ਰੀ ਕੇ.ਸੀ. ਨਿਯੋਗੀ ਜੀ। ऑप्शन बी इज़ द राइट आंसर, ठीक है। तो फाइनेंस कमीशन ਜਿਹੜੇ ਆ आर्टिकल 280 ਦੇ थ्रू प्रेजिडेंट ਜਿਹੜੇ ਆ ਉਹ कॉन्स्टिट्यूट करते हैं, ये चीज़ सानू पता होनी चाहिए। फाइनेंस कमीशन ਜਿਹੜਾ हर 5 साल के इंटरवल बाद बनाया जाता है, ठीक है जी। तो ਜਿਹੜੇ फाइनेंस कमीशन के चेयरमैन होंगे वो रीअपॉइंट हो सकते होंगे, ये भी एक इंपॉर्टेंट फैक्ट होंगे। नेक्स्ट क्वेश्चन है, सेंट्रल विजिलेंस कमीशन एस्टैब्लिशमेंट वॉज रिकमेंडेड बाय विच ऑफ द फॉलोइंग कमेटीज़। तो CVC की जी रिकमेंडेशन से किहड़ी कमेटी ने दी सी? GVK राव कमेटी, संथनम कमेटी, बलवंत राय मेहता कमेटी, अशोक मेहता कमेटी। इसका राइट आंसर है होएगा ऑप्शन बी, संथनम कमेटी, ठीक है जी। तो पिछली वीडियोज़ दे विच आपां बाकी 3 कमेटीज़ डिस्कस कीतियां सी जिहड़ियां कि पंचायती राज सिस्टम दे नाल डील करदियां ने, ठीक है जी। ये भी तुसीं ध्यान च रखना। तो CVC बारे थोड़ा देख लेने। एस्टैबलिश होया सी 1964 दे विच, ते सेंट्रल गवर्नमेंट दे विच करप्शन नूं प्रिवेंट करन दे लई बनाया गया सी, ठीक है। स्टार्टिंग दे विच एक एग्जैक्टिव बॉडी सी, बट 2003 दे विच फिर इहनूं एक स्टैचूटरी स्टेटस दे दिता गया सी, एक एक्ट लिया के, ठीक है जी। ये तुसीं याद रखोगे। नैक्सट क्वेश्चन है, असीं मैच द फॉलोइंग करना है। कुछ एक्ट्स दिते गए तो उन्होंने जिहड़ा ईयर दिता हुआ नाल, ठीक है जी। द चाइल्ड लेबर प्रोहिबिशन एंड रेगुलेशन एक्ट, इमोरल ट्रैफिक प्रिवेंशन एक्ट, प्रोहिबिशन ऑफ चाइल्ड मैरिज एक्ट, NCPCR एक्ट। NCPCR बेसिकली नैशनल कमीशन फॉर प्रोटैक्शन ऑफ चाइल्ड राइट्स जिहड़ा एक्ट सी वो कदों आया सी। तो मोस्टली आप हर बार डिस्कस करते हैं कि मैथ वालों ना जो तुहानूं 1 या 2 भी पता तो तुसीं क्वेश्चन नूं अटैम्प्ट कर सकते हो। तो इत्थे जिहड़ा सब तो सौखा है वो प्रोहिबिशन ऑफ चाइल्ड मैरिज एक्ट जिहड़ा काफ़ी लेटेस्ट है, 2006 दे विच आया सी, सानूं पता होना चाहिए। तो C का इस हिसाब नाल जिहड़ा 4th बन जाएगा। C का 4th है फर्स्ट एंड सैकेंड ऑप्शन दे विच, ठीक है जी। उस तो बाद जो एक होर देखिए NCPCR जिहड़ा एक्ट है वो 2005 दे विच आया सी, D का 3rd। सो ऑप्शन जिहड़ा दा राइट आंसर बन जाएगा B बन जाएगा, ठीक है जी। बाकी सारे असीं देख लेना। चाइल्ड लेबर प्रोहिबिशन एंड रेगुलेशन एक्ट है जिहड़ा 1986 दे विच आया सी, ते उस तो बाद जो इमोरल ट्रैफिक प्रिवेंशन एक्ट है 1956 दे विच, ठीक है जी। ये सारा कुछ इत्थे वैसे लिखा होया, तो एक बार तुसीं पढ़ सकते हो। बाकी इन्ना ज़्यादा इंपॉर्टेंट नहीं है, बट कभी एलिमीनेट करन च सौखा हो जाता है, सानूं थोड़ा जिहा भी ध्यान च रह जाने ये फैक्ट, ठीक है जी। सो थैंक यू सो मच फॉर वॉचिंग। जेकर तुहानूं वीडियो का कंटेंट वधिया लगता तो प्लीज़ इनू लाइक करो, तो अपने सारे ही दोस्तों के नाल शेयर करो ताकि उन्हों का भी फायदा हो सके। सो थैंक यू सो मच।